ਲੁਧਿਆਣੇ ਦੀ ਜਦ ਗੱਲ ਹੁੰਦੀ ਹੈ ਤੇ ਲੁਧਿਆਣੇ ਨੂੰ ਮੈਨਚੈਸਟਰ ਆਫ ਇੰਡੀਆ ਵੀ ਕਿਹਾ ਜਾਂਦਾ, ਕਿਉਂਕਿ ਸੈਕੰਡ ਲਾਰਜੈਸਟ ਜਿਹੜਾ ਮੈਨੂਫੈਕਚਰਰ ਹੈ ਬਾਈਸਾਈਕਲ ਦਾ, ਯਾਨੀ ਕਿ ਦੁਨੀਆ ਦੇ ਨੰਬਰ 2 ਤੇ ਚਾਈਨਾ ਤੋਂ ਬਾਅਦ ਜਿਹੜਾ ਮੈਨੂਫੈਕਚਰਿੰਗ ਜਿਹੜਾ ਸੈਕਟਰ ਹੈ ਉਹ ਲੁਧਿਆਣਾ ਹੈ। ਇਸ ਤੋਂ ਇਲਾਵਾ ਵੂਲਨ ਇੰਡਸਟਰੀ ਜਿਹੜੀ ਹੈ ਪੰਜਾਬ ਦੀ ਲਗਭਗ ਜਿਹੜਾ ਮਾਫ ਕਰਨਾ ਇੰਡੀਆ ਦੀ 80% ਜਿਹੜੇ ਵੂਲਨ ਕਲੋਥਸ ਹੈ ਉਹ ਇੱਥੇ ਬਣਦੇ ਆ। ਹਾਲ ਫਿਲਹਾਲ 'ਚ IPL ਦੇ ਮੈਚਿਸ ਤੁਸੀਂ ਦੇਖੇ ਹੋਣਗੇ, ਜਿੰਨੀ ਵੀ ਜਰਸੀਜ਼ ਉਸ ਵੇਲੇ ਸੀ ਬਣੀਆਂ ਸੀਗੀਆਂ, ਜਿੰਨੀਆਂ ਵੀ ਡਿਫਰੈਂਟ ਫਰੈਂਚਾਈਜ਼ ਦੀ, ਉਹ ਸਾਰੀਆਂ ਲੁਧਿਆਣੇ ਬਣਦੀਆਂ। ਲੇਕਿਨ ਜਦ ਗੱਲ ਕਰਦੇ ਹਾਂ ਫੈਸਿਲਿਟੀਜ਼ ਦੀ, ਤਾਂ ਫੈਸਿਲਿਟੀਜ਼ ਦੇ ਉੱਪਰ ਬਹੁਤ ਸਾਰੇ ਸਵਾਲ ਉੱਠਦੇ ਆ। ਕੋਵਿਡ ਦੀ ਗੱਲ ਕਰੀਏ ਤਾਂ ਕੋਵਿਡ ਦੇ ਦੌਰਾਨ ਕਰੀਬ 40,000 ਕਰੋੜ ਦਾ ਜਿਹੜਾ ਨੁਕਸਾਨ ਹੈ ਲੁਧਿਆਣਾ ਦੀ ਇੰਡਸਟਰੀ ਨੇ ਉਠਾਇਆ, ਔਰ ਉਸ ਦੇ ਬਾਵਜੂਦ ਪਿਛਲੇ 1 ਸਾਲ ਦੇ ਵਿੱਚ ਲਗਾਤਾਰ ਬਾਉਂਸ ਬੈਕ ਕੀਤਾ। ਬਹੁਤ ਜਿਹੜੀ ਹੈ ਕਿ ਇੱਕ ਵਾਪਸੀ ਹੋਈ ਹੈ ਲੁਧਿਆਣੇ ਦੀ ਇੰਡਸਟਰੀ ਦੀ, ਔਰ ਅਜਿਹਾ ਕਿਹਾ ਜਾਂਦਾ ਕਿ ਕਰੀਬ 1 ਲੱਖ MSME ਜਿਹੜੀਆਂ ਉਹ ਲੁਧਿਆਣੇ ਸ਼ਹਿਰ ਦੇ ਵਿੱਚ ਮੌਜੂਦ ਹੈ, ਔਰ ਉਹਨਾਂ ਦੇ ਵਿੱਚ ਲੱਖਾਂ ਜਿਹੜੇ ਲੋਕ ਨੇ ਉਹਨਾਂ ਨੂੰ ਉਸ ਵਿੱਚ ਰੁਜ਼ਗਾਰ ਮਿਲਦਾ ਹੈ। ਅੱਜ ਮੇਰੇ ਨਾਲ ਗੁਰਕੀਰਤ ਸਿੰਘ ਕੋਟਲੀ ਨੇ, ਮੰਤਰੀ ਨੇ, ਇੰਡਸਟਰੀ ਮਿਨਿਸਟਰ, ਔਰ ਸਮਾਂ ਬਹੁਤ ਘੱਟ ਹੈ ਤੁਹਾਡੇ ਕੋਲ, ਲੇਕਿਨ ਉਸ ਦੇ ਬਾਵਜੂਦ ਕੀ ਪਲਾਨਸ ਹੈ ਇੰਡਸਟਰੀ ਨੂੰ ਲੈ ਕੇ, ਕੀ ਉਹਨਾਂ ਦੀਆਂ ਮੰਗਾਂ ਨੇ, ਉਸ ਬਾਰੇ ਚਰਚਾ ਕਰਾਂਗੇ। ਔਰ ਉਮੀਦ ਕਰਦੇ ਹਾਂ ਕਿ ਜਿਹੜਾ ਵਕਤ ਬਹੁਤ ਥੋੜਾ ਹੈ ਉਸ ਦੇ ਵਿੱਚ ਤੁਸੀਂ ਕੁਛ ਨਾ ਕੁਛ ਇੰਡਸਟਰੀ ਲਈ ਕਰਕੇ ਜਾਓਗੇ, ਕਿਉਂਕਿ ਤੁਹਾਡਾ ਇਲਾਕਾ ਵੀ ਲੁਧਿਆਣਾ, ਔਰ ਜਦੋਂ ਲੁਧਿਆਣਾ ਦੀ ਗੱਲ ਕਰਦੇ ਹਾਂ, ਇੰਡਸਟਰੀ ਦੀ ਗੱਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਤੁਹਾਡਾ ਡਬਲ ਫਰਜ਼ ਬਣਦਾ ਹੈ ਕਿ ਪੰਜਾਬ ਦਾ ਜਿਹੜਾ ਇੱਕ ਨਕਸ਼ੇ ਦੇ ਵਿੱਚ ਲੁਧਿਆਣਾ ਜਿਹੜਾ ਹੈ ਉਹਨੂੰ ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ ਉਹਦਾ ਨਾਮ ਚਮਕਾਇਆ ਜਾਵੇ। ਜੀ ਬਿਲਕੁਲ ਜਗਦੀਪ ਜੀ, ਤੁਸੀਂ ਜਿਵੇਂ ਕਿਹਾ ਕਿ ਇੰਡਸਟਰੀ ਜਿਹੜੀ ਹੈ ਉਹ ਹਰ ਸਟੇਟ ਦੀ ਬੈਕਬੋਨ ਹੁੰਦੀ ਹੈ, ਔਰ ਇੰਡਸਟਰੀ ਫਰੈਂਡਲੀ ਐਟਮੋਸਫੀਅਰ ਹੋਣਾ ਹਰ ਸਟੇਟ ਦੇ ਵਿੱਚ ਬਹੁਤ ਜ਼ਰੂਰੀ ਹੈ। ਔਰ ਅਸੀਂ 4.5 ਸਾਲਾਂ 'ਚ ਬਹੁਤ ਹੀ ਜ਼ਿਆਦਾ ਕੰਮ ਕੀਤਾ ਇਸ ਸੈਕਟਰ ਦੇ ਵਿੱਚ, ਕਿਉਂਕਿ ਮੈਨੂੰ ਤਾਂ ਹਜੇ ਨਵਾਂ ਮਹਿਕਮਾ ਮਿਲਿਆ, 1 ਮਹੀਨਾ ਹੀ ਹੋਇਆ, ਨਵੀਂ ਸਰਕਾਰ ਬਣੀ ਆ, ਪਰ ਫਿਰ ਵੀ ਅਸੀਂ ਆਪਣੇ ਜਿਹੜੇ ਸਾਡੇ ਇੰਡਸਟਰੀਅਲ ਲੀਡਰਸ ਨੇ ਉਹਨਾਂ ਨੂੰ ਮਿਲਿਆ ਹੈਗਾ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀਆਂ ਕੀ ਡਿਮਾਂਡਸ ਨੇ। ਔਰ ਤੁਸੀਂ ਦੇਖੋ ਕਿ 2 ਦਿਨ ਦੀ ਸਾਡੀ ਜਿਹੜੀ ਇਨਵੈਸਟਮੈਂਟ ਮੀਟ ਹੋਈ ਹੈ ਉਹ ਵੀ ਬੜੀ ਸਫਲਤਾਪੂਰਵਕ ਹੋਈ ਹੈ, ਔਰ ਬੜੇ ਸਾਨੂੰ ਉਹਦੇ 'ਚ ਅੱਛਾ ਜਿਹੜਾ ਰੁਝਾਨ ਦੇਖਣ ਨੂੰ ਮਿਲਿਆ, ਔਰ ਉਹਦੇ ਨਾਲ ਨਾਲ ਸਾਨੂੰ ਇੱਕ ਆਸ ਬੱਝੀ ਹੈ ਕਿ ਹੋਰ ਵੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਏਗੀ। ਜੇ ਮੈਂ ਆਪਣੇ ਇਸ ਕਾਰਜਕਾਲ ਦੀ ਗੱਲ ਕਰਾਂ, ਜੋ ਸਾਡੀ ਸਰਕਾਰ ਨੂੰ 4.5 ਸਾਲ ਹੋ ਗਏ ਨੇ, 1 ਲੱਖ ਕਰੋੜ ਦੀ ਅਸੀਂ ਇਨਵੈਸਟਮੈਂਟ ਲਿਆਉਣ 'ਚ ਕਾਮਯਾਬ ਹੋਏ ਹਾਂ, ਔਰ ਜਿਹਦੇ ਵਿੱਚ ਜਗਦੀਪ ਜੀ ਅਸੀਂ 54% ਕਮਰਸ਼ਲਾਈਜ਼ ਕਰ ਦਿੱਤਾ, ਕਮਰਸ਼ੀਅਲ ਹੋ ਗਈ ਇੰਡਸਟਰੀ, ਔਰ ਤਕਰੀਬਨ 34% ਦੇ ਉੱਤੇ ਕੰਮ ਚੱਲ ਰਿਹਾ, ਔਰ ਇਹਦੇ ਨਾਲ ਬਹੁਤ ਜ਼ਿਆਦਾ ਬੂਮ ਜਿਹੜਾ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲਿਆ। ਠੀਕ ਹੈ, ਇੰਡਸਟਰੀ ਨੇ ਬਹੁਤ ਸਾਰੀਆਂ ਡਿਮਾਂਡਸ ਰੱਖੀਆਂ। ਜਦੋਂ ਅਸੀਂ ਹੁਣ ਲੁਧਿਆਣਾ ਦੇ ਵਿੱਚ 27 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਕੀਤੀ, ਉਹਦੇ 'ਚ ਜਿੰਨੀਆਂ ਵੀ ਡਿਮਾਂਡਸ ਸਾਡੇ ਕੋਲ, ਕਿਉਂਕਿ ਅਸੀਂ ਲੁਧਿਆਣੇ ਵੀ ਮੀਟਿੰਗ ਕੀਤੀ, ਇਸ ਤੋਂ ਪਹਿਲਾਂ ਮੁੱਖ ਮੰਤਰੀ ਜੀ ਨੇ ਲੰਚ ਹੋਸਟ ਕੀਤਾ ਸੀਗਾ ਚੰਡੀਗੜ੍ਹ ਦੇ ਵਿੱਚ, ਔਰ ਉਸ ਤੋਂ ਬਾਅਦ ਫਿਰ ਜਲੰਧਰ ਵੀ ਮੀਟਿੰਗ ਹੋਈ, ਅੰਮ੍ਰਿਤਸਰ ਦੇ ਵਿੱਚ ਵੀ ਸਾਨੂੰ ਬਹੁਤ ਸਾਰੇ ਜਿਹੜੇ ਉਦਯੋਗਪਤੀ ਨੇ ਮਿਲੇ ਨੇ, ਔਰ ਜੋ ਉਹਨਾਂ ਦੀਆਂ ਡਿਮਾਂਡ ਸੀਗੀਆਂ ਅਸੀਂ ਉਹਨਾਂ 'ਤੇ ਕੰਮ ਕਰਨਾ ਸ਼ੁਰੂ ਕੀਤਾ, ਔਰ ਪਿਛਲੀ ਜਿਹੜੀ ਕੈਬਨਿਟ ਸੀਗੀ ਉਹਦੇ ਵਿੱਚ ਅਸੀਂ ਕਾਫੀ ਫੈਸਲੇ ਜਿਹੜੇ ਇੰਡਸਟਰੀ ਦੇ ਹੱਕ ਵਿੱਚ ਲਏ ਨੇ। ਸੁਣ ਕੇ ਚੰਗਾ ਲੱਗਿਆ ਤੁਸੀਂ ਕਿਹਾ ਕਿ ਸਾਡੀ ਸਰਕਾਰ ਨੇ 4.5 ਸਾਲ 'ਚ, ਕਿਉਂਕਿ ਆਮ ਤੌਰ 'ਤੇ ਜਿੰਨੇ ਮੰਤਰੀਆਂ ਨਾਲ ਗੱਲ ਹੁੰਦੀ ਉਹ ਕਹਿੰਦੇ ਸਰਕਾਰ ਸਾਡੀ ਹੁਣ ਆਈ ਹੈ। ਬਹਰਹਾਲ 1950 ਤੋਂ ਬਾਅਦ ਕਿਹਾ ਜਾਂਦਾ ਕਿ ਜਦੋਂ ਪਾਰਟੀਸ਼ਨ ਹੋਈ, ਲੁਧਿਆਣਾ ਔਰ ਅੰਮ੍ਰਿਤਸਰ ਇੱਕ ਇਹੋ ਜਿਹੇ ਸ਼ਹਿਰ ਸੀ ਜਿੱਥੇ ਬਹੁਤ ਸਾਰੇ ਪਾਕਿਸਤਾਨ ਤੋਂ ਪਲਾਇਨ ਕਰਕੇ ਲੋਕ ਆਏ, ਇੱਥੇ ਇੰਡਸਟਰੀ ਲੱਗੀ, ਔਰ ਬੜੀ ਹੈਪਹੈਜ਼ਰਡਲੀ ਲੱਗੀ, ਕੋਈ ਪਲਾਂਟ ਨਹੀਂ ਸੀ ਉਸ ਵੇਲੇ। ਲੇਕਿਨ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਨਹੀਂ ਪਿਆ। ਗੱਲ ਕਰਦੇ ਹਾਂ ਲੁਧਿਆਣੇ ਦੀ, ਤੇ ਬੁੱਢਾ ਨਾਲਾ ਕੈਂਸਰ ਦਾ ਇੱਕ ਕਹਿੰਦੇ ਆ ਪ੍ਰਤੀਕ ਬਣ ਚੁੱਕਿਆ। ਬਹੁਤ ਸਾਰਾ ਜਿਹੜਾ ਇੰਡਸਟਰੀਅਲ ਵੇਸਟ ਉਹ 'ਚ ਜਾਂਦਾ ਹੈ, ਉਸ ਬਾਰੇ ਕੋਈ ਠੋਸ ਪਲਾਨ ਸਰਕਾਰ ਦੇ, ਔਰ ਖਾਸ ਤੌਰ 'ਤੇ ਜਦੋਂ ਇੰਡਸਟਰੀ ਦੀ ਗੱਲ ਕਰਦੇ ਹਾਂ ਲੁਧਿਆਣੇ, ਬਹੁਤ ਸਾਰੇ ਇਨਫਰਾਸਟਰਕਚਰ ਦੀ ਵੀ ਗੱਲ ਹੁੰਦੀ ਹੈ। ਇਨਫਰਾਸਟਰਕਚਰ ਯਾਨੀ ਕਿ ਜਿਹੜੀਆਂ ਰੋਡਸ ਨੇ ਉਹ ਬਹੁਤ ਖਰਾਬ ਨੇ, ਜਾਂ ਆਪਾਂ ਗੱਲ ਕਰੀਏ ਰਾਤ ਦੀ ਲਾਈਟਿੰਗ ਦੀ ਗੱਲ ਕਰ ਲਈਏ, ਜਾਂ ਜਿਹੜੇ ਕਾਮੇ ਨੇ ਉੱਥੇ ਉਹਨਾਂ ਦੀ ਫੈਸਿਲਿਟੀ ਦੀ ਗੱਲ ਕਰੀਏ। ਐਜ਼ ਅ ਮਿਨਿਸਟਰ ਤੁਹਾਡਾ ਕੀ ਇੰਡੇਵਰ ਹੈ ਕਿ ਤੁਸੀਂ ਕੀ ਕਰਨ ਵਾਲੇ ਹੋ ਅਗਲੇ 4 ਮਹੀਨਿਆਂ 'ਚ, ਤਾਂ ਕਿ ਜਿਹੜੇ ਲੁਧਿਆਣੇ ਦੇ ਲੋਕ ਨੇ, ਜਿਹੜੇ ਇੰਡਸਟਰੀ, ਜਿਹੜੇ ਲੋਕ ਉਹ 'ਚ ਕੰਮ ਕਰਦੇ ਆ, ਉਹਨਾਂ ਨੂੰ ਕੀ ਫੈਸਿਲਿਟੀਜ਼ ਦੇਣ ਵਾਲੇ ਹੋ? ਦੇਖੋ, ਇੰਡਸਟਰੀ ਨੇ ਖਾਸ ਕਰਕੇ, ਕਿਉਂਕਿ ਪੰਜਾਬ ਬੀਇੰਗ ਅ ਬਾਰਡਰ ਸਟੇਟ, ਜਦੋਂ ਵੰਡ ਹੋਈ ਉਦੋਂ ਵੀ ਸਾਡਾ ਨੁਕਸਾਨ ਬਹੁਤ ਹੋਇਆ, ਇੰਡਸਟਰੀ ਨੂੰ ਵੀ ਬਹੁਤ ਜ਼ਿਆਦਾ ਉਦੋਂ
ਹਿੱਟ ਹੋਈ ਇੰਡਸਟਰੀ, ਔਰ ਫਿਰ ਟੈਰਰਿਜ਼ਮ ਆ ਗਿਆ, ਉਹਦੇ ਵਿੱਚ ਵੀ ਸਭ ਤੋਂ ਵੱਧ ਨੁਕਸਾਨ ਇੰਡਸਟਰੀ ਦਾ ਹੋਇਆ। ਬਹੁਤ ਸਾਰੀ ਇੰਡਸਟਰੀ ਸ਼ਿਫਟ ਕਰ ਗਈ ਸੀ ਸਾਡੇ ਸਟੇਟ 'ਚੋਂ, ਅਤੇ ਜਦੋਂ ਹਾਲਾਤ ਠੀਕ ਹੋਏ ਤਾਂ ਇੱਕ ਭਰੋਸਾ ਬਣਿਆ, ਇੰਡਸਟਰੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਫਿਰ ਦੁਬਾਰਾ ਇਨਵੈਸਟਮੈਂਟ ਇੱਥੇ ਸ਼ੁਰੂ ਕੀਤੀ। ਅਤੇ ਅੱਜ ਤਕਰੀਬਨ ਦੇਖੋ ਟੈਰਰਿਜ਼ਮ ਨੂੰ ਵੀ ਖਤਮ ਹੋਏ ਨੂੰ ਤਕਰੀਬਨ 2 ਜਿਹੜੇ ਦਹਾਕੇ ਹੋ ਗਏ, ਅਤੇ ਉਸ 2 ਦਹਾਕਿਆਂ ਦੇ ਵਿੱਚ ਇੰਡਸਟਰੀ ਨੇ ਬਹੁਤ ਤਰੱਕੀ ਕੀਤੀ ਹੈ। ਔਰ ਫਿਰ ਦੇਖੋ ਹੁਣ ਹਾਲਾਤ ਪੂਰੇ ਦੇਸ਼ ਦੇ ਕੀ ਪੂਰੇ ਸੰਸਾਰ ਦੇ ਵਿੱਚ ਹੀ ਕੋਵਿਡ ਕ੍ਰਾਈਸਿਸ ਆ ਗਿਆ, ਉਸ ਦੇ ਲਈ ਵੀ ਜਿਹੜੀ ਆ ਬਹੁਤ ਜ਼ਿਆਦਾ ਹਿੱਟ ਇੰਡਸਟਰੀ ਨੂੰ ਹੋਇਆ। ਲੇਬਰ ਜਿਹੜੀ ਆ ਬਹੁਤ ਮੁਸ਼ਕਲ ਹੋ ਗਈ ਸੀ, ਬਾਹਰ ਵਾਪਸ ਚਲੀ ਗਈ ਸੀ ਆਪਣੇ ਘਰ ਨੂੰ, ਔਰ ਬੜਾ ਨੁਕਸਾਨ ਇੰਡਸਟਰੀ ਨੂੰ ਉਠਾਉਣਾ ਪਿਆ। ਔਰ ਅੱਜ ਤੁਸੀਂ ਦੇਖੋ ਕਿ ਪੰਜਾਬ ਜਿਹੜਾ ਇਹ ਜਿਹੜੇ ਕਾਲੇ ਕਾਨੂੰਨ ਬਣੇ ਨੇ, ਜਿਹਦੇ ਲਈ ਕਿਸਾਨ ਔਰ ਖੇਤ ਮਜ਼ਦੂਰ ਸੰਘਰਸ਼ ਕਰ ਰਹੇ ਨੇ, ਸੜਕਾਂ 'ਤੇ ਬੈਠੇ ਨੇ, ਉਹਦਾ ਵੀ ਦੇਖੋ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਉਹ ਇੰਡਸਟਰੀ ਨੂੰ ਹੋਇਆ। ਪਰ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਅਸੀਂ ਇਹਨਾਂ ਦੀ ਗੱਲ ਸੁਣੀਏ, ਔਰ ਤਾਂ ਹੀ ਅਸੀਂ ਆਪਣੀ ਇਕੋਨਮੀ ਨੂੰ ਬੂਸਟ ਕਰ ਸਕਦੇ ਹਾਂ, ਤਾਂ ਹੀ ਅਸੀਂ ਜਿਹੜੀ ਇੰਪਲੋਇਮੈਂਟ ਦੇ ਸਕਦੇ ਹਾਂ। ਔਰ ਆਮ ਜਿਹੜਾ ਸਾਡਾ ਸੂਬਾ, ਕਿਉਂਕਿ ਬੀਇੰਗ ਨਾਲ ਜਿਵੇਂ ਕਹਿ ਲਈਏ ਹਿਲ ਸਟੇਟ ਆ ਹਿਮਾਚਲ, ਉੱਥੇ ਬਹੁਤ ਜ਼ਿਆਦਾ ਇਨਸੈਂਟਿਵਸ ਨੇ ਇੰਡਸਟਰੀ ਨੂੰ। ਸੋ ਸਾਡੀ ਵੀ ਇਹ ਮੰਗ ਚੱਲੀ ਆ ਰਹੀ ਹੈ ਬੜੇ ਸਮੇਂ ਤੋਂ ਹੀ ਕਿ ਸੈਂਟਰਲ ਗੌਰਮੈਂਟ ਸਾਨੂੰ ਵੀ ਕੋਈ ਵੱਡਾ ਇੰਡਸਟਰੀਅਲ ਪੈਕੇਜ ਦੇਵੇ, ਤਾਂ ਕਿ ਅਸੀਂ ਵੀ ਆਪਣੇ ਪੈਰਾਂ 'ਤੇ ਹੋਰ ਖੜੇ ਹੋ ਸਕੀਏ। ਪਰ ਫਿਰ ਵੀ ਉਸ ਦੇ ਬਾਵਜੂਦ ਵੀ ਜਿਹੜੀ ਸਾਡੀ ਇੰਡਸਟਰੀ ਆ, ਜਿਹੜੀ ਹੋਮ ਗਰੋਨ ਇੰਡਸਟਰੀ ਆ, ਖਾਸ ਕਰ ਜਿਹਦੇ 'ਚ ਵਰਧਮਾਨ ਹੈ, ਓਸਵਾਲਸ ਨੇ, ਜਾਂ ਟਰਾਈਡੈਂਟ ਗਰੁੱਪ ਹੈ, ਸਾਬਕਾਰ ਸਿੰਘ ਜੀ ਬੈਠੇ ਨੇ, ਹੋਰ ਇਹੋ ਜਿਹੇ ਤਮਾਮ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪੰਜਾਬੀ ਹੋਣ ਦੇ ਨਾਤੇ ਇਹਨਾਂ ਨੇ ਇੱਕ ਫਰਜ਼ ਵੀ ਨਿਭਾਇਆ ਆਪਣਾ, ਕਿ ਪੰਜਾਬ 'ਚ ਹੀ ਰਹਿ ਕੇ ਇਹਨਾਂ ਨੇ ਆਪਣੀ ਇਨਵੈਸਟਮੈਂਟ ਕੀਤੀ, ਰੁਜ਼ਗਾਰ ਦਿੱਤਾ, ਔਰ ਇਕੋਨਮੀ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਸਹਿਯੋਗ ਰਿਹਾ। ਸੋ ਅਸੀਂ ਹੁਣ ਦੇਖ ਰਹੇ ਹਾਂ ਕਿ ਇੱਕ ਰੋਡ ਮੈਪ ਬਣੇਗਾ ਕਿ ਅਸੀਂ ਅਗਲੇ ਸਾਲਾਂ 'ਚ ਕੀ ਕਰਨਾ, ਕਿਉਂਕਿ ਇਲੈਕਸ਼ਨ ਈਅਰ ਹੈ। ਇਲੈਕਸ਼ਨ ਈਅਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜ੍ਹੇ ਸਮੇਂ 'ਚ ਹੀ ਅਸੀਂ ਜ਼ਿਆਦਾ ਕੁਝ ਕਰ ਸਕੀਏ। ਇਹ ਸਾਡੇ ਮੁੱਖ ਮੰਤਰੀ ਜੀ ਦੀ ਵੀ ਜਿਹੜੀ ਸੋਚ ਆ ਬੜੀ ਸਪਸ਼ਟ ਔਰ ਬੜੀ ਕਲੀਅਰ ਹੈ, ਔਰ ਉਹ ਵੀ ਦਿਨ ਰਾਤ ਕੰਮ ਕਰ ਰਹੇ ਨੇ, ਹਰ ਸੈਕਟਰ ਨੂੰ ਟੱਚ ਕਰ ਰਹੇ ਨੇ। ਸੋ ਇਸ ਕਰਕੇ ਸਾਡੀ ਸਰਕਾਰ ਦੀ ਜਿਹੜੀ ਵਚਨਬੱਧਤਾ ਹੈ ਉਹ ਆਮ ਲੋਕਾਂ ਨਾਲ ਆ, ਉਹ ਪੰਜਾਬ ਦੇ ਨਾਲ ਆ। ਸਾਡਾ ਕੋਈ ਪਰਸਨਲ ਏਜੰਡਾ ਨਹੀਂ ਹੈ, ਸਾਡਾ ਇੱਕੋ ਹੀ ਏਜੰਡਾ ਕਿ ਅਸੀਂ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਉਹਦੇ ਨਾਲ ਨਾਲ ਸਾਡੀ ਇੰਡਸਟਰੀ ਨੂੰ ਕਿਵੇਂ ਬੂਸਟ ਕਰਨਾ। ਸੋ ਇਹ ਸਾਰੀਆਂ ਗੱਲਾਂ ਸਾਡੇ ਧਿਆਨ 'ਚ ਨੇ, ਔਰ ਅਸੀਂ ਇਹਦੇ 'ਤੇ ਨਿਰੰਤਰ ਕੰਮ ਕਰ ਰਹੇ ਹਾਂ। ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ। ਮੈਂ ਇੱਕ ਬੜਾ ਹੀ ਦਿਲਚਸਪ ਤੁਹਾਨੂੰ ਅੰਕੜੇ ਦੱਸਣੇ ਚਾਹੁੰਦਾ। ਇੱਕ ਬੁੱਕ ਆਈ ਸੀ 2018 ਵਿੱਚ, ਦ ਗਲਾਸ ਹਾਫ ਫੁੱਲ, ਵਰਲਡ ਬੈਂਕ ਜਿਹੜਾ ਸੀ ਉੱਥੋਂ ਇੱਕ ਉਹਨਾਂ ਨੇ ਇੱਕ ਸਟੱਡੀ ਕਰਵਾਈ ਸੀ। ਉਸ 'ਚ ਕਿਹਾ ਗਿਆ ਸੀ ਕਿ ਭਾਰਤ ਔਰ ਪਾਕਿਸਤਾਨ ਦਾ ਟ੍ਰੇਡ ਜਿਹੜਾ ਕਰੀਬ $2 ਬਿਲੀਅਨ ਦਾ ਹੈ, ਪੋਟੈਂਸ਼ੀਅਲ ਜਿਹੜਾ ਹੈ ਕਰੀਬ $37 ਬਿਲੀਅਨ ਦਾ ਹੈ। ਔਰ ਅਗਰ ਸਾਊਥ ਈਸਟ ਏਸ਼ੀਆ ਦੀ ਗੱਲ ਕਰੀਏ, ਅਗਰ ਮਤਲਬ ਈਰਾਨ ਤੋਂ ਲੈ ਕੇ ਸਾਊਥ ਏਸ਼ੀਆ ਤੱਕ ਜਿਹੜਾ ਟ੍ਰੇਡ ਹੈ ਉਹ $62 ਬਿਲੀਅਨ ਜਿਹੜਾ ਐਨੂਅਲ ਜਿਹੜਾ ਉਹ ਟ੍ਰੇਡ ਹੋ ਸਕਦਾ ਹੈ। ਯਾਨੀ ਕਿ ਅਗਰ ਸਿੱਧਾ ਇਹਨੂੰ ਮਲਟੀਪਲਾਈ ਕੀਤਾ ਜਾਵੇ ਤਾਂ ਕੁਝ 46,000 ਕਰੋੜ ਦਾ ਐਨੂਅਲ ਜਿਹੜਾ ਹੈ ਉਹ ਇੱਕ ਟ੍ਰੇਡ ਜਿਹੜਾ ਹੈ ਪੰਜਾਬ ਦੇ ਥਰੂ ਹੋ ਸਕਦਾ। ਮੈਨੂੰ ਲੱਗਦਾ ਪੰਜਾਬ ਨੂੰ ਬਹੁਤ ਜ਼ਿਆਦਾ ਉਹਦਾ ਫਾਇਦਾ ਵੀ ਹੋ ਸਕਦਾ। ਲੇਕਿਨ ਅਨਫੋਰਚੂਨੇਟਲੀ ਭਾਰਤ ਔਰ ਪਾਕਿਸਤਾਨ ਦੇ ਸੰਬੰਧ ਇਹੋ ਜਿਹੇ ਬਣੇ ਹੋਏ ਆ, ਟ੍ਰੇਡ ਜਿਹੜਾ ਉਹ ਨਾਮਾਂਤਰ ਹੋ ਰਿਹਾ, ਜੇ ਹੋ ਵੀ ਰਿਹਾ ਤਾਂ ਉਹ ਦੁਬਈ ਦੇ ਥਰੂ ਹੋ ਰਿਹਾ। ਤੁਹਾਡੀ ਸਰਕਾਰ ਦੀ ਕੀ ਕੋਈ ਪਲਾਨਿੰਗ ਹੈ ਕਿ ਸੈਂਟਰ ਸਰਕਾਰ ਨਾਲ ਇਹ ਮੁੱਦਾ ਉਠਾਇਆ ਜਾਵੇ ਕਿ ਜਿਹੜਾ ਟ੍ਰੇਡ ਹੈ ਜਿਹੜਾ ਬੰਦ ਪਿਆ ਪੁਲਵਾਮਾ ਤੋਂ ਬਾਅਦ, ਉਹਨੂੰ ਖੁਲਵਾਇਆ ਜਾਏ, ਤਾਂ ਕਿ ਪੰਜਾਬ ਦੇ ਨਾਲ ਨਾਲ ਪੂਰਾ ਜਿਹੜੀ ਭਾਰਤ ਦੀ ਖੁਸ਼ਹਾਲੀ ਮੈਨੂੰ ਲੱਗਦਾ ਉਹ ਇਸ ਜਿਹੜਾ ਰੂਟ ਹੈ ਉੱਥੋਂ ਸ਼ੁਰੂ ਹੋ ਸਕਦੀ ਹੈ। ਦੇਖੋ, ਟ੍ਰੇਡ ਦੇ ਲਈ ਬਾਰਡਰਸ ਤਾਂ ਖੁੱਲ੍ਹਣੇ ਜ਼ਰੂਰੀ ਨੇ, ਪਰ ਉਸ ਦੇ ਨਾਲ ਨਾਲ ਜੋ ਸਾਡੀ ਸਿਕਿਉਰਿਟੀ ਅਸੀਂ ਉਸ ਨੂੰ ਵੀ ਖਤਰੇ 'ਚ ਨਹੀਂ ਪਾ ਸਕਦੇ, ਕਿਉਂਕਿ ਗਵਾਂਢੀ ਮੁਲਕ ਸਾਡਾ ਜਿਹੜਾ ਪਾਕਿਸਤਾਨ ਆ ਉਹ ਹਰ ਸਮੇਂ ਉਹਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਿਵੇਂ ਨਾ ਕਿਵੇਂ ਡੀਸਟੇਬਲਾਈਜ਼ ਕੀਤਾ ਜਾਵੇ ਸਿਸਟਮ ਨੂੰ, ਔਰ ਉਹਦੇ ਨਾਲ ਨੁਕਸਾਨ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਉਠਾਉਣਾ ਪੈਂਦਾ। ਸੋ ਅਗਰ ਬਾਰਡਰ ਖੁੱਲ੍ਹਦੇ ਨੇ, ਅਗਰ ਸਿਚੁਏਸ਼ਨ ਨੋਰਮਲ ਹੁੰਦੀ ਹੈ ਔਰ ਗਵਰਨਮੈਂਟ ਆਫ ਇੰਡੀਆ ਕੋਈ ਅੱਛਾ ਬੈਠ ਕੇ ਕੋਈ ਗੱਲਬਾਤ ਕਰਦੀ ਹੈ, ਤਾਂ ਉਹਦੇ ਨਾਲ ਵਾਕਈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਸਭ ਤੋਂ ਵੱਧ ਫਾਇਦਾ ਹੋਏਗਾ। ਜੇ ਅੱਜ ਸਾਨੂੰ ਨੁਕਸਾਨ ਵੀ ਉਠਾਉਣਾ ਪੈ ਰਿਹਾ ਬਾਰਡਰ ਸਟੇਟ ਹੋਣ ਕਰਕੇ, ਉਹਦੇ ਨਾਲ ਸਾਨੂੰ ਫਾਇਦਾ ਵੀ ਹੋਏਗਾ, ਪਰ ਬਸ਼ਰਤੇ ਕਿ ਉਹ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰੇ ਜਿਹਦੇ ਨਾਲ ਸਾਡੀ ਜਿਹੜੀ ਸਿਕਿਉਰਿਟੀ ਆ ਉਹਨੂੰ ਕੋਈ ਖਤਰਾ ਪੈਦਾ ਹੋਵੇ। ਸੋ ਅਸੀਂ ਵੀ ਇਸ ਦੇ ਹਾਮੀ ਹਾਂ। ਅਸੀਂ ਅੱਗੇ ਕੋਸ਼ਿਸ਼ ਕੀਤੀ, ਪਹਿਲਾਂ ਡਾਕਟਰ ਮਨਮੋਹਨ ਸਿੰਘ ਜੀ ਤੁਹਾਡੇ ਯਾਦ ਹੋਣਾ ਕਿ ਉਹਨਾਂ ਨੇ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀਗੀ,
ਔਰ ਕਾਫੀ ਹੱਦ ਤੱਕ ਸਾਨੂੰ ਕਾਮਯਾਬੀ ਵੀ ਮਿਲੀ। ਪਰ ਜਦੋਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਬਾਰਡਰ ਤੇ ਵਾਪਰਦੀ ਹੈ ਤਾਂ ਉਹਦੇ ਨਾਲ ਸਭ ਤੋਂ ਵੱਧ ਜਿਹੜਾ ਟ੍ਰੇਡ ਹਿੱਟ ਹੁੰਦਾ, ਬਾਰਡਰਸ ਬੰਦ ਹੋ ਜਾਂਦੇ ਨੇ ਔਰ ਉਹਦੇ ਨਾਲ ਸਾਡੀ ਇੰਡਸਟਰੀ ਨੂੰ ਬਹੁਤ ਮਤਲਬ ਨੁਕਸਾਨ ਉਠਾਉਣਾ ਪੈਂਦਾ। ਸੋ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਜਿਹੜੇ ਸਾਡੇ ਨਾਲ ਦੇ ਗੁਆਂਢੀ ਮੁਲਕ ਨੇ ਉਹਨਾਂ ਨਾਲ ਵੀ ਹਾਲਾਤ ਠੀਕ ਹੋਣ ਔਰ ਇਹਦੇ ਨਾਲ ਇੱਕ ਚੰਗੀ ਐਟਮੋਸਫੀਅਰ ਪੈਦਾ ਹੋਵੇ ਔਰ ਉਹਦੇ ਨਾਲ ਸਾਰਿਆਂ ਨੂੰ ਹੀ ਫਾਇਦਾ ਹੋਏਗਾ, ਪੂਰੇ ਦੇਸ਼ ਨੂੰ ਫਾਇਦਾ ਹੋਏਗਾ, ਪੂਰੇ ਦੇਸ਼ ਨੂੰ ਕੀ ਪੂਰੇ ਲਗਭਗ ਅੱਧੀ ਦੁਨੀਆ ਨੂੰ ਫਾਇਦਾ ਹੋਏਗਾ। ਤੋ ਅਗਰ ਇਸ ਤਰ੍ਹਾਂ ਦੇ ਕੋਰੀਡੋਰਸ ਖੁੱਲ੍ਹ ਜਾਣ ਤਾਂ ਉਹਦੇ ਨਾਲ ਬਹੁਤ ਵੱਡਾ ਬੂਮ ਜਿਹੜਾ ਉਹ ਲੋਕਾਂ ਨੂੰ ਮਿਲੇਗਾ ਔਰ ਉਹਦਾ ਅਖੀਰਲਾ ਫਾਇਦਾ ਜਿਹੜਾ ਉਹ ਪੰਜਾਬ ਨੂੰ ਹੋਏਗਾ। ਬਿਲਕੁਲ ਲੱਗਦਾ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਉਹਨਾਂ ਨੂੰ ਵੀ ਇਸ ਵੇਲੇ ਲੋੜ ਆ ਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਟ੍ਰੇਡ ਹੈ ਉਹ ਜਲਦ ਤੋਂ ਜਲਦ ਖੁੱਲ੍ਹੇ ਔਰ ਮਾਹੌਲ ਸਕੇਵਾ ਬਣੇ। ਗੁਰਕੀਰਤ ਜੀ, ਤੁਸੀਂ ਦਾਅਵਾ ਕਰਦੇ ਹੋ, ਮੈਂ ਸੁਣ ਵੀ ਰਿਹਾ ਸੀ ਤੁਹਾਡੀ ਜਦੋਂ ਸਮਿਟ ਸੀਗੀ ਜਿਹੜਾ ਹਾਲ ਫਿਲਹਾਲ ਚੰਡੀਗੜ੍ਹ ਔਰ ਇੱਥੇ ਲੁਧਿਆਣਾ 'ਚ ਹੋਈ ਸੀ, ਕਿ 99,000 ਕਰੋੜ ਦੀ ਇਨਵੈਸਟਮੈਂਟ 4 ਸਾਲ 'ਚ ਹੋਈ ਹੈ ਪੰਜਾਬ 'ਚ। ਦੱਸਣਾ ਚਾਹੋਗੇ ਕਿ ਇੰਡਸਟਰੀ ਕਿਸ ਤਰ੍ਹਾਂ ਦੀ ਆਈ ਹੈ ਔਰ ਜੌਬਸ ਕਿੰਨੇ ਬਣੇ? ਕਿਉਂਕਿ ਜਿੰਨਾ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਹਰ ਯੂਥ ਜਿਹੜਾ ਹੈ ਉਹਦਾ ਅੱਜ ਕੱਲ੍ਹ ਇੱਕੋ ਹੀ ਸੁਪਨਾ ਕਿ 12ਵੀਂ ਕਰੋ, ਆਈਲੈਟਸ ਕਲੀਅਰ ਕਰੋ ਔਰ ਫਲਾਈਟ ਫੜੋ ਔਰ ਬਾਹਰ ਜਾਓ। ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ। ਅਗਰ ਇੰਨੀ ਜ਼ਿਆਦਾ ਇਨਵੈਸਟਮੈਂਟ ਹੋ ਰਹੀ ਹੈ ਤਾਂ ਆਖਰ ਉਹ ਜੌਬਸ ਕਿੱਥੇ ਜਾ ਰਹੀਆਂ? ਕਿਉਂ ਨਹੀਂ ਇੰਨੇ ਜੌਬਸ ਕ੍ਰੀਏਟ ਕਰ ਰਹੇ ਕਿ ਜਿਹੜਾ ਯੂਥ ਹੈ ਉਹ ਪਲਾਇਨ ਕਰਨ ਨੂੰ ਮਜਬੂਰ ਹੈ, ਦੇਸ਼ ਵਿਦੇਸ਼ ਜਾ ਰਿਹਾ, ਉਹ ਕਿਤੇ ਜਾਂ ਪੰਜਾਬ ਤੋਂ ਬਾਹਰ ਜਾ ਰਿਹਾ? ਵਜ੍ਹਾ ਕੀ ਮੰਨਦੇ ਹੋ ਉਹਦੇ ਪਿੱਛੇ? ਦੇਖੋ, ਇਸ ਤਰ੍ਹਾਂ ਨਹੀਂ ਹੈਗਾ, ਪਰ ਕਿਉਂਕਿ ਆਮ ਇੱਕ ਭਾਵਨਾ ਹੈਗੀ ਆ ਕਿ ਜਾਂ ਤਾਂ ਗਵਰਨਮੈਂਟ ਸੈਕਟਰ ਦੇ ਵਿੱਚ ਨੌਕਰੀ ਮਿਲੇ ਜਾਂ ਫਿਰ ਜ਼ਿਆਦਾਤਰ ਲੋਕ ਬਾਹਰ ਜਾਣ ਦੀ ਸੋਚਦੇ ਨੇ। ਪ੍ਰਾਈਵੇਟ ਸੈਕਟਰ ਦੇ ਵਿੱਚ ਲੋਕ ਘੱਟ ਕੰਮ ਕਰਕੇ ਰਾਜੀ ਨੇ, ਹਾਲਾਂਕਿ ਬੜੇ ਅੱਛੇ ਪੈਕੇਜ ਨੇ, ਉਹਨਾਂ ਦੀ ਕਾਬਲੀਅਤ ਦੇ ਮੁਤਾਬਕ ਕਿਸੇ ਪੱਖੋਂ ਵੀ ਉਹਨਾਂ ਨੂੰ ਕੋਈ ਘੱਟ ਜਿਹੜੀ ਆ ਉਹ ਵੇਜਿਸ ਨਹੀਂ ਮਿਲਦੇ, ਸੈਲਰੀਜ਼ ਨਹੀਂ ਮਿਲਦੀਆਂ। ਪਰ ਫਿਰ ਵੀ ਇੱਕ ਆਮ ਇੱਕ ਸੋਚ ਬਣੀ ਹੋਈ ਹੈ ਖਾਸ ਕਰਕੇ ਪੰਜਾਬੀ ਯੂਥ ਦੀ ਕਿ ਜਾਂ ਤਾਂ ਸਰਕਾਰੀ ਨੌਕਰੀ ਮਿਲੇ ਜਾਂ ਫਿਰ ਬਾਹਰ ਜਾ ਕੇ ਜਿਹੜੇ ਨੇ ਉਹ ਕੈਨੇਡਾ ਖਾਸ ਕਰਕੇ ਜਾਂ ਅਮਰੀਕਾ ਦੇ ਵਿੱਚ ਜਾ ਕੇ ਉਹ ਕੰਮ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਪਰ ਸਾਡੀ ਗਵਰਨਮੈਂਟ ਦੀ ਕੋਸ਼ਿਸ਼ ਰਹੀ ਹੈ ਕਿ ਅਸੀਂ ਇੰਪਲੋਇਮੈਂਟ ਵੀ ਦਈਏ। ਸਭ ਤੋਂ ਵੱਡੇ ਮੁੱਦੇ 'ਤੇ ਅਸੀਂ ਇਸ ਮੁੱਦੇ 'ਤੇ ਅਸੀਂ ਇਲੈਕਸ਼ਨ ਵੀ ਲੜੀ ਸੀਗੀ ਔਰ ਅਸੀਂ ਬਹੁਤ ਜ਼ਿਆਦਾ ਜੌਬ ਅਫੇਅਰਸ ਵੀ ਲਾਏ ਨੇ। ਲੋਕਾਂ ਨੂੰ ਅਸੀਂ ਮੋਟੀਵੇਟ ਵੀ ਕੀਤਾ ਗਰਾਊਂਡ ਲੈਵਲ 'ਤੇ ਜਾ ਕੇ। ਸਾਡੀ ਸਰਕਾਰ ਦੇ ਹਰ ਮਹਿਕਮੇ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਵੱਧ ਤੋਂ ਵੱਧ ਆਪਣੇ ਯੂਥ ਨੂੰ ਹਰ ਸੈਕਟਰ ਦੇ ਨਾਲ ਜੋੜੀਏ, ਪਰ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਹੋਈ ਹੈ। ਪਰ ਆਉਣ ਵਾਲੇ ਸਮੇਂ 'ਚ ਹੋਰ ਵੀ ਸਾਨੂੰ ਲੱਗ ਰਿਹਾ ਕਿ ਅਸੀਂ ਇਸ ਕਾਮਯਾਬ ਹੋਵਾਂਗੇ। ਘਰ ਘਰ ਨੌਕਰੀ ਦਾ ਨਾਰਾ ਜਿਹੜਾ ਦਿੱਤਾ ਗਿਆ ਸੀ ਤੁਹਾਡੀ ਸਰਕਾਰ ਵੱਲੋਂ, ਉਹ ਤੁਹਾਡੀ ਸਰਕਾਰ ਦੇ ਬਹੁਤ ਸਾਰੇ ਲੋਕ ਜਿਹੜੇ ਆ, ਜਿਹੜੀ ਤੁਹਾਡੀ ਪਾਰਟੀ ਦੇ ਆ, ਉਹ ਸਵਾਲ ਉਠਾਉਂਦੇ ਆ ਕਿ ਨੌਕਰੀਆਂ ਦਿੱਤੀਆਂ ਨਹੀਂ। ਤੁਹਾਨੂੰ ਕੀ ਲੱਗਦਾ, ਇਮਾਨਦਾਰੀ ਨਾਲ ਦੱਸੋ, ਕਿ ਪਿਛਲੇ 4-5 ਸਾਲ ਜਾਂ 4.5 ਸਾਲ ਦੇ ਵਿੱਚ ਨੌਕਰੀਆਂ ਵਾਕਿਆ ਜਨਰੇਟ ਹੋਈਆਂ ਪੰਜਾਬ 'ਚ, ਜਾਂ ਵਿਰੋਧੀ ਜਿਵੇਂ ਕਹਿੰਦੇ ਆ ਜੀ ਨੌਕਰੀਆਂ ਤਾਂ ਸਿਰਫ ਕੈਪਟਨ ਸਾਹਿਬ ਨੇ ਜਿਹੜੀਆਂ ਅਖਬਾਰਾਂ 'ਚ ਦਿੱਤੀਆਂ? ਨਹੀਂ, ਦੇਖੋ, ਨੌਕਰੀਆਂ ਅਸੀਂ ਬਹੁਤ ਦੇਣ 'ਚ ਕਾਮਯਾਬ ਹੋਏ ਹਾਂ ਔਰ ਹੁਣ ਵੀ ਨੌਕਰੀਆਂ ਦੇ ਉੱਤੇ ਬਹੁਤ ਸਾਰੇ ਜਿਹੜੇ ਸਾਡਾ ਯੂਥ ਆ ਉਹਨੇ ਆਪਣੇ ਟੈਸਟ ਵਗੈਰਾ ਦਿੱਤੇ ਹੋਏ ਨੇ, ਉਹ ਕੰਮ ਚੱਲ ਰਿਹਾ ਉਹਦੇ 'ਤੇ। ਔਰ ਉਸ ਦੇ ਨਾਲ ਨਾਲ ਅਸੀਂ ਜਿਹੜੀਆਂ ਇਹ ਨੌਕਰੀਆਂ ਨੇ ਹੋਰ ਵੀ ਆਉਣ ਵਾਲੇ ਸਮੇਂ 'ਚ ਕੱਢਾਂਗੇ। ਲੱਖਾਂ ਨੌਕਰੀਆਂ ਅਸੀਂ ਦਿੱਤੀਆਂ ਨੇ, ਪਰ ਕਿਉਂਕਿ ਓਪੋਜੀਸ਼ਨ ਜਿਹੜੀ ਆ ਉਹਦਾ ਤਾਂ ਰੋਲ ਹੀ ਇਹ ਆ ਕਿ ਉਹਨਾਂ ਨੇ ਨੁਕਤਾਚੀਨੀ ਕਰਨੀ ਆ। ਮੈਂ ਤੁਹਾਡੀ ਪਾਰਟੀ ਦੀ ਗੱਲ ਕਰ ਰਿਹਾ। ਓਪੋਜੀਸ਼ਨ ਤੇ ਕਹਿੰਦੀ ਹੈ, ਲੇਕਿਨ ਤੁਹਾਡੀ ਪਾਰਟੀ ਦੇ ਵਿੱਚ ਬਹੁਤ ਵੱਡਾ ਤਬਕਾ ਜਿਹੜਾ ਉਹ ਹੀ ਕਹਿੰਦਾ ਕੈਪਟਨ ਸਾਹਿਬ ਨੇ ਕੁਝ ਕੀਤਾ ਨਹੀਂ, ਘਰ ਘਰ ਨੌਕਰੀ ਜਿਹੜੀ ਸੀ ਸਿਰਫ ਅਖਬਾਰਾਂ ਤੱਕ ਰਹਿ ਗਈ। ਨਹੀਂ, ਐਸੀ ਗੱਲ ਨਹੀਂ। ਅਸੀਂ 4.5 ਸਾਲਾਂ 'ਚ ਸਾਡੀ ਸਰਕਾਰ ਨੇ ਬੜੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਆ ਕਿ ਅਸੀਂ ਨੌਕਰੀਆਂ ਦਈਏ। ਕਿਉਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਕੋਵਿਡ ਕ੍ਰਾਈਸਿਸ ਨੇ ਬਹੁਤ ਕੀਤਾ ਔਰ ਖਾਸ ਕਰਕੇ ਐਕਸਚੈਕਰ 'ਤੇ ਸਾਡੇ 'ਤੇ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ। ਪਰ ਇਸ ਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਅਸੀਂ ਨੌਕਰੀਆਂ ਵੀ ਦੇ ਰਹੇ ਹਾਂ ਔਰ ਪੂਰੇ ਪੰਜਾਬ ਦੇ ਵਿੱਚ ਇਨਫਰਾਸਟਰਕਚਰ ਵੀ ਪੂਰਾ ਅਸੀਂ ਬਣਾ ਰਹੇ ਹਾਂ। ਡਿਵੈਲਪਮੈਂਟ ਚੱਲ ਰਹੀ ਹੈ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਔਰ ਜੇ ਮੈਂ ਇੰਡਸਟਰੀ ਦੇ ਵਿੱਚ ਗੱਲ ਕਰਾਂ ਤਾਂ ਫੋਕਲ ਪੁਆਇੰਟਸ ਦੇ ਉੱਤੇ ਸਾਡਾ ਬਹੁਤ ਜ਼ਿਆਦਾ ਧਿਆਨ ਆ, ਕਿਉਂਕਿ ਆਮ ਤੌਰ 'ਤੇ ਹੀ ਹੁੰਦਾ ਕਿ ਫੋਕਲ ਪੁਆਇੰਟਸ ਦੀ ਪਿਛਲੀਆਂ ਸਰਕਾਰਾਂ ਦੇ ਸਮੇਂ 'ਚ ਫੋਕਲ ਪੁਆਇੰਟਸ ਦੀ ਬਹੁਤ ਤਰਸਯੋਗ ਹਾਲਾਤ ਸੀਗੇ ਔਰ ਅਸੀਂ ਬਹੁਤ ਸਾਰੇ ਫੋਕਲ ਪੁਆਇੰਟਸ ਨੂੰ ਠੀਕ ਕੀਤਾ। ਔਰ ਅਸੀਂ ਆ ਪਿਛਲੀ ਮੀਟਿੰਗ ਦੇ ਵਿੱਚ ਹੀ 147 ਕਰੋੜ ਰੁਪਈਆ ਅਸੀਂ ਹੋਰ ਜਿਹੜਾ ਵਾ ਮਨਜ਼ੂਰ ਕੀਤਾ ਕੈਬਨਿਟ ਦੀ ਮੀਟਿੰਗ ਦੇ ਵਿੱਚ। ਔਰ ਸਾਡੇ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਵੀ ਹਾਮੀ ਭਰੀ ਹੈ ਕਿ ਅਸੀਂ ਇਸ ਇਨਫਰਾਸਟਰਕਚਰ 'ਤੇ ਲਾਵਾਂਗੇ। ਸੋ ਉਹਦੇ ਨਾਲ
ਤਰੱਕੀ ਹੋਈ ਆ ਔਰ ਅੱਜ ਅਸੀਂ ਤਰੱਕੀ ਜਿਹੜੀ ਆ ਪੰਜਾਬ ਨੂੰ ਇੱਕ ਐਸੇ ਲੈਵਲ ਤੇ ਲੈ ਗਏ ਆ ਕਿ ਸਾਡੇ ਨਾਲ ਹੁਣ ਮੁਕਾਬਲਾ ਕਰਨਾ ਹੋਰ ਸੂਬਿਆਂ ਦੇ ਵੱਸ ਦਾ ਜਿਹੜਾ ਵਾ ਉਹ ਖੇਲ ਨਹੀਂ ਰਿਹਾ। ਅੱਜ ਪੰਜਾਬ ਨੇ ਰੋਡ ਇਨਫਰਾਸਟ੍ਰਕਚਰ ਦੇਖੋ ਕਿੰਨਾ, ਖਾਸ ਕਰਕੇ ਰੂਰਲ ਕਨੈਕਟੀਵਿਟੀ ਉਹ ਅਸੀਂ ਬਹੁਤ ਜ਼ਿਆਦਾ ਮਜ਼ਬੂਤ ਕੀਤੀ ਹੈ। ਆਉਣ ਵਾਲੇ ਸਮੇਂ ਸਾਡੀ ਸਰਕਾਰ ਦੀ ਹੋਰ ਵੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦਈਏ, ਲੋਕਾਂ ਦੇ ਕੰਮ ਹੋਣ ਔਰ ਉਹਦੇ ਨਾਲ ਨਾਲ ਡਿਵੈਲਪਮੈਂਟ ਵੀ ਹੋਵੇ। ਪਰ ਜੋ ਨੁਕਸਾਨ ਜਿਹੜਾ ਕੋਵਿਡ ਦੇ ਵਿੱਚ ਹੋਇਆ ਉਸ ਦੇ ਬਾਵਜੂਦ ਵੀ ਸਾਡੀ ਸਰਕਾਰ ਜਿਹੜੀ ਆ ਉਹ ਆਪਣੇ ਨਿਰੰਤਰ ਜੋ ਸਾਡੀ ਇੱਕ ਲੋਕਾਂ ਨਾਲ ਵਾਅਦਾ ਸੀਗਾ ਉਸ 'ਤੇ ਪੂਰਾ ਕਰ ਰਹੀ ਹੈ। ਤੁਸੀਂ ਜ਼ਿਕਰ ਕੀਤਾ ਸੀ ਬੱਦੀ ਦਾ, ਬੱਦੀ ਦੇ ਨਾਲ ਮੈਂ ਇੱਕ ਹੋਰ ਕਹਾਂਗਾ ਕਿ ਛੱਤੀਸਗੜ੍ਹ ਦੇ ਵਿੱਚ ਵੀ ਪੰਜਾਬ ਦੀ ਬਹੁਤ ਸਾਰੀ ਇੰਡਸਟਰੀ ਪਲਾਨ ਕਰ ਰਹੀ ਹੈ। ਅਕਸਰ ਹੁੰਦਾ ਕੀ ਹੈ ਕਿ ਜੋ ਵੀ ਜਿਸ ਤਰ੍ਹਾਂ ਦੇ ਸਰਕਾਰਾਂ ਸੈਂਟਰ 'ਚ ਆਉਂਦੀਆਂ ਨੇ ਉਹ ਇਨਸੈਂਟਿਵਸ ਦਿੰਦੀਆਂ ਨੇ, ਉਸ ਨਾਲ ਜਿਹੜਾ ਸਾਡੀ ਲੋਕਲ ਇੰਡਸਟਰੀ ਹੈ ਉਹ ਲਈ ਬੜੀ ਮੁਸ਼ਕਿਲ ਬਣ ਜਾਂਦੀ, ਕਿਉਂਕਿ ਉੱਥੇ ਫੈਸਿਲਿਟੀਜ਼ ਜ਼ਿਆਦਾ ਹੁੰਦੀਆਂ, ਟੈਕਸ ਬੈਨੀਫਿਟਸ ਮਿਲਦੇ ਆ। ਤੁਹਾਨੂੰ ਲੱਗਦਾ ਕਿ ਜਿਹੜੀ ਪੰਜਾਬ ਦੀ ਇੰਡਸਟਰੀ ਜਾਂ ਜਿਹੜੀ ਨਵੀਂ ਇੰਡਸਟਰੀ ਪੰਜਾਬ 'ਚ ਆਉਣੀ ਹੈ ਉਹਨਾਂ ਨੂੰ ਇਨਸੈਂਟਿਵਸ ਇੱਥੇ ਘੱਟ ਮਿਲ ਰਹੇ ਆ, ਔਰ ਬਾਕੀ ਸਟੇਟਸ ਜਿਵੇਂ ਜੇ ਬੱਦੀ ਦੀ ਗੱਲ ਕਰੀਏ ਬਹੁਤ ਸਾਰੀ ਇੰਡਸਟਰੀ ਉੱਥੇ ਫਾਰਮਾਸਿਊਟੀਕਲ ਇੰਡਸਟਰੀ ਬਣੀ, ਉਸ ਤੋਂ ਇਲਾਵਾ ਛੱਤੀਸਗੜ੍ਹ ਵੱਲ ਬਹੁਤ ਸਾਰੀ ਜਿਹੜੀ ਇੰਡਸਟਰੀ ਸ਼ਿਫਟ ਹੋ ਰਹੀ ਹੈ। ਨਵੀਂ ਇੰਡਸਟਰੀ ਜਿਹੜੀ ਨਵੇਂ ਪਲਾਂਟਸ ਜਿਹੜੇ ਹੈ ਉਹ ਪੰਜਾਬ 'ਚ ਨਹੀਂ ਆ ਪਾ ਰਹੇ, ਉਸ ਲਈ ਕੀ ਕਰਨ ਜਾ ਰਹੀ ਸਰਕਾਰ? ਦੇਖੋ, ਕਿਉਂਕਿ ਪੰਜਾਬ ਲੈਂਡਲੌਕਡ ਸਟੇਟ ਹੈ ਔਰ ਦੂਸਰੇ ਸੂਬਿਆਂ ਦੇ ਵਿੱਚ ਬਹੁਤ ਸਸਤਾ ਜਿਹੜਾ ਲੈਂਡ ਮਿਲ ਜਾਂਦਾ, ਤੋ ਇਸ ਕਰਕੇ ਸਾਡੇ ਕਾਫੀ ਇਸ ਗੱਲ ਨੂੰ ਇੰਡਸਟਰੀ ਨੂੰ ਇਸ ਗੱਲ ਦਾ ਵੀ ਦੇਖਣਾ ਪੈਂਦਾ। ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕੋਈ ਲੈਂਡ ਬੈਂਕ ਤਿਆਰ ਕਰੀਏ ਔਰ ਉਹਦੇ ਨਾਲ ਅਸੀਂ ਇੰਡਸਟਰੀ ਨੂੰ ਉੱਥੇ ਲੈ ਕੇ ਆਈਏ। CLU 'ਤੇ ਵੀ ਅਸੀਂ ਕਾਫੀ ਜਿਹੜਾ ਵਾ ਇਹਦੇ 'ਤੇ ਫੈਸਲੇ ਕੀਤੇ ਨੇ ਕਿ ਘੱਟੋ ਘੱਟ ਫੋਕਲ ਪੁਆਇੰਟ ਜਾਂ ਜਿਹੜੇ ਸਾਡੇ ਮਾਸਟਰ ਪਲਾਨਸ ਨੇ ਉਹਨਾਂ 'ਤੇ ਇੰਡਸਟਰੀ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਔਖ ਨਾ ਆਵੇ, CLU ਵੀ ਉਹਨਾਂ ਨੂੰ ਲੈਣ ਦੀ ਲੋੜ ਨਾ ਪਵੇ। ਸੋ ਇਸ ਤਰ੍ਹਾਂ ਦੀਆਂ ਜਦੋਂ ਅਸੀਂ ਗੱਲਾਂ ਲੈ ਕੇ ਆ ਰਹੇ ਹਾਂ ਜਾਂ ਲੈ ਕੇ ਆਵਾਂਗੇ ਤਾਂ ਉਹਦੇ ਨਾਲ ਈਜ਼ ਆਫ ਡੂਇੰਗ ਬਿਜ਼ਨਸ ਜਿਹੜਾ ਇੱਕ ਸਾਡਾ ਜਿਹੜਾ ਸਲੋਗਨ ਆ ਉਹਨੇ ਬਹੁਤ ਜ਼ਿਆਦਾ ਇਸ ਦੇ ਵਿੱਚ ਅਸੀਂ ਸਫਲਤਾ ਹਾਸਲ ਕੀਤੀ ਹੈ ਔਰ ਅਸੀਂ ਸੱਚ ਕਰਕੇ ਦਿਖਾਇਆ। ਆਉਣ ਵਾਲੇ ਸਮੇਂ 'ਚ ਸਾਡੀ ਹੋਰ ਵੀ ਕੋਸ਼ਿਸ਼ ਹੈ। ਤੁਸੀਂ ਈਜ਼ ਆਫ ਡੂਇੰਗ ਬਿਜ਼ਨਸ ਦੀ ਗੱਲ ਕੀਤੀ, ਮੈਨੂੰ ਯਾਦ ਆ ਕਿ ਲਾਸਟ ਵੀਕ ਅਰਵਿੰਦ ਕੇਜਰੀਵਾਲ ਦਿੱਲੀ ਦੇ CM ਜਿਹੜੇ ਆ ਉਹ ਪੰਜਾਬ ਆਏ ਸੀ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦਾ ਜਿਹੜਾ ਇੰਡਸਟਰੀਲਿਸਟ ਹੈ ਬਹੁਤ ਇਮਾਨਦਾਰ ਹੈ, ਬਹੁਤ ਜ਼ਿਆਦਾ ਟੈਕਸ ਦਿੰਦਾ, ਲੇਕਿਨ ਇੱਕ ਡਰ ਦੇ ਮਾਹੌਲ 'ਚ ਜਿਹੜਾ ਉਹ ਜੀ ਰਿਹਾ। ਇੰਸਪੈਕਟਰੀ ਰਾਜ ਹੈ ਜਾਂ ਹੋਰ ਵੀ ਬਹੁਤ ਤਰ੍ਹਾਂ ਦੇ ਟੈਕਸ ਨੇ, ਮੈਂ ਨਾਂ ਨਹੀਂ ਲੈਣਾ ਚਾਹਾਂਗਾ। ਹਾਲ ਫਿਲਹਾਲ 'ਚ ਬਠਿੰਡਾ 'ਚ ਵੀ ਇੱਕ ਨਵਾਂ ਟੈਕਸ ਜਿਹੜਾ ਉਹ ਬੋਲ ਕੇ ਗਏ ਆ। ਕਿੰਨੀ ਸੱਚਾਈ ਇਹਨਾਂ ਚੀਜ਼ਾਂ ਵਿੱਚ, ਔਰ ਤੁਹਾਡੀ ਸਰਕਾਰ ਕਿਸ ਤਰ੍ਹਾਂ ਜਿਹੜੇ ਇੰਡਸਟਰੀਲਿਸਟ ਹੈ ਉਹਨਾਂ ਨੂੰ ਇਸ ਡਰ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ? ਦੇਖੋ, ਇਹ ਉਹਨਾਂ ਦਾ ਜਿਹੜਾ ਬਿਆਨ ਸੀਗਾ ਉਹ ਸਿਆਸਤ ਤੋਂ ਪ੍ਰੇਰਿਤ ਸੀਗਾ, ਬਿਲਕੁਲ ਇਹਦੇ 'ਚ ਕੋਈ ਸੱਚਾਈ ਨਹੀਂ। ਹੁਣ ਸਾਡੀ 2 ਦਿਨ ਦੀ ਜਿਹੜੀ ਇੰਡਸਟਰੀਅਲ ਮੀਟ ਹੋਈ ਹੈ, ਇਨਵੈਸਟਰ ਮੀਟ, ਔਰ ਉਹਦੇ 'ਚ ਖਾਸ ਕਰਕੇ ਜਦੋਂ ਵਰਚੁਅਲ ਮੀਟਿੰਗ ਹੋਈ ਜਿਹਦੇ 'ਚ ਬਾਹਰੋਂ ਵੀ ਲੋਕਾਂ ਨੇ ਹਿੱਸਾ ਲਿਆ ਔਰ ਵੱਡੇ ਜਿਹੜੇ ਇੰਡਸਟਰੀਲਿਸਟ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਔਰ ਉਹਨਾਂ ਨੇ ਪ੍ਰੋਗਰੈਸਿਵ ਪੰਜਾਬ ਦੇ ਬਾਰੇ ਵਿੱਚ ਜੋ ਉਹਨਾਂ ਨੇ ਵਿਚਾਰ ਰੱਖੇ, ਜੋ ਅਸੀਂ ਇਨਵੈਸਟ ਪੰਜਾਬ ਦੇ ਰਾਹੀਂ ਅਸੀਂ ਕੰਮ ਕੀਤਾ, ਉਹਦੀ ਜੋ ਭਰਪੂਰ ਸ਼ਲਾਘਾ ਕੀਤੀ ਉਹਨਾਂ ਨੇ, ਜੋ ਉਹਨਾਂ ਨੇ ਤਾਰੀਫ ਕੀਤੀ, ਉਹ ਵਾਕਈ ਕਾਬਲੇ ਤਾਰੀਫ ਸੀਗੀ। ਔਰ ਉਸ ਤੋਂ ਪਤਾ ਲੱਗਦਾ ਸੀ ਕਿ ਉਹਨਾਂ ਦੇ ਅੰਦਰੋਂ ਸੱਚਾਈ ਜਿਹੜੀ ਆ ਉਹ ਬੋਲ ਰਹੀ ਹੈ। ਔਰ ਦੇਖੋ ਨਾ, ਜਦੋਂ ਸਾਡੀ ਹੋਮ ਗਰੋਨ ਇੰਡਸਟਰੀ ਉਹ ਖੁਸ਼ ਹੈ, ਬਾਹਰ ਬੈਠੇ ਲੋਕ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੈ, ਹਜ਼ਾਰਾਂ ਕਰੋੜ ਰੁਪਏ ਇੱਥੇ ਲਾਇਆ, ਉਹ ਖੁਸ਼ ਨੇ, ਤਾਂ ਇਹ ਜਿਹੜੇ ਬਿਆਨ ਨੇ ਇਹ ਮਤਲਬ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੇ ਨੇ। ਕੋਈ ਡਰ ਦਾ ਮਾਹੌਲ ਨਹੀਂ ਹੈ। ਬਿਲਕੁਲ ਜਿਹੜੀ ਸਾਡੀ ਗਵਰਨਮੈਂਟ ਆ ਉਹ ਇੰਡਸਟਰੀ ਫਰੈਂਡਲੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਇੰਡਸਟਰੀ ਲਈ ਜੋ ਕਰ ਸਕੀਏ ਉਹ ਅਸੀਂ ਕਰ ਰਹੇ ਹਾਂ। ਇਹ ਗੱਲਾਂ ਜਿਹੜੀਆਂ ਨੇ ਉਹਦੇ ਨਾਲ ਸੂਬੇ ਦਾ ਕੋਈ ਭਲਾ ਨਹੀਂ ਹੋਣ ਵਾਲਾ। ਸੋ ਮੈਂ ਕਹਿਣਾ ਕਿ ਆਪਾਂ ਨੂੰ ਇਹਦੇ 'ਚ ਇੰਡਸਟਰੀ ਨੂੰ ਲੈ ਕੇ ਆਪਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਰਾਜਨੀਤੀ ਇੱਕ ਵੱਖਰਾ ਸਬਜੈਕਟ ਹੈ। ਸੋ ਇਹ ਜਿਹੜੀ ਸਾਡੀ ਇੰਡਸਟਰੀ ਹੈ ਇਹ ਇੱਕ ਵੱਖਰਾ ਜਿਹੜਾ ਸਬਜੈਕਟ ਹੈ। ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸੂਬਾ ਤਰੱਕੀ ਕਰੇ, ਅਸੀਂ ਅੱਗੇ ਵਧੀਏ, ਬੇਰੁਜ਼ਗਾਰੀ ਦੂਰ ਹੋਵੇ, ਤਾਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਨੁਕਸਾਨ ਪਹੁੰਚਾਉਂਦੀਆਂ। ਅੱਛਾ, ਬਹੁਤ ਸਾਰੇ ਇੰਡਸਟਰੀ ਲੀਡਰਸ ਬੈਠੇ, ਮੈਂ ਇਹਨਾਂ ਨਾਲ ਇੰਟਰੈਕਟ ਕਰ ਰਿਹਾ ਸੀ ਤੁਹਾਡੇ ਆਉਣ ਤੋਂ ਪਹਿਲਾਂ। ਉਹਨਾਂ ਦਾ ਕਹਿਣਾ ਕਿ ਜਿਹੜੇ ਕੋਵਿਡ ਨਾਲ ਤੇ ਲੜਾਈ ਲੜ ਲਈ, ਲੇਕਿਨ ਰॉ ਮਟੀਰੀਅਲ ਜਿਹੜਾ ਉਹ ਲਗਾਤਾਰ ਮਹਿੰਗਾ ਹੋ ਰਿਹਾ। ਲੁਧਿਆਣੇ ਇੰਡਸਟਰੀ ਜਿੰਨਾ ਖਪਤ ਸਟੀਲ ਹੁੰਦਾ ਹੈ ਜਾਂ ਬਾਕੀ ਰॉ ਮਟੀਰੀਅਲ ਆ, ਉਹ ਕਮੋਡਿਟੀ ਟ੍ਰੇਡਿੰਗ ਜਿਹੜੀ ਹੈ ਉਹਨਾਂ ਦੀ ਮੰਗ ਸੀ ਕਿ ਬੰਦ ਹੋਣੀ ਚਾਹੀਦੀ। ਜਦੋਂ ਬਜਟ ਬਣਦਾ ਹੈ, ਯੂਨੀਅਨ ਬਜਟ, ਬਹੁਤ ਸਾਰੇ ਟੀਮਸ ਆਉਂਦੀਆਂ ਨੇ ਇੱਥੇ ਲੁਧਿਆਣੇ, ਇਹਨਾਂ ਨਾਲ ਗੱਲਬਾਤ ਕਰਕੇ ਜਾਂਦੇ, ਲੇਕਿਨ ਸਮੱਸਿਆ ਉੱਥੇ ਬਰਕਰਾਰ ਹੈ। ਜਿਹੜੀ ਕਮੋਡਿਟੀ ਟ੍ਰੇਡਿੰਗ ਦੇ ਨਾਲ ਰੋਜ਼ ਜਿਹੜੀਆਂ ਪ੍ਰਾਈਸਿਸ ਹੈ ਉਹ ਉੱਪਰ ਨੀਚੇ ਜਾਂਦੀਆਂ ਰਹਿੰਦੀਆਂ, ਨੀਚੇ ਦੇ ਘਰ ਘੱਟ ਆਉਂਦੀਆਂ, ਉੱਪਰ ਜ਼ਿਆਦਾ ਜਾਂਦੀਆਂ।
ਇਸ ਲਈ ਸਰਕਾਰ ਕਿਵੇਂ ਉਹਨਾਂ ਦੀ ਮਦਦ ਕਰੂਗੀ? ਹਾਲਾਂਕਿ ਸੈਂਟਰ ਸਰਕਾਰ ਦਾ ਜ਼ਿਆਦਾ ਰੋਲ ਹੁੰਦਾ, ਲੇਕਿਨ ਐਜ਼ ਅ ਇੰਡਸਟਰੀ ਮਿਨਿਸਟਰ ਤੁਸੀਂ ਇਹਨਾਂ ਨੂੰ ਇੱਕ ਕੋਈ ਹੌਸਲਾ ਦੇਣਾ ਚਾਹੋਗੇ ਕਿ ਜਿਸ ਤਰ੍ਹਾਂ ਪ੍ਰਾਈਸਿਸ ਬਹੁਤ ਵੋਲੇਟਾਈਲ ਹੋ ਗਈਆਂ, ਉਸ ਲਈ ਤੁਹਾਡੀ ਸਰਕਾਰ ਜਿਹੜੀ ਹੈ ਕੀ ਸੈਂਟਰ ਸਰਕਾਰ ਨੂੰ ਅਪਰੋਚ ਕਰੇਗੀ, ਉਸ 'ਚ ਮਦਦ ਕਰੇਗੀ? ਦੇਖੋ, ਅਸੀਂ ਤਾਂ ਹਰ ਸਮੇਂ ਸਾਡੀ ਕੋਸ਼ਿਸ਼ ਹੈ, ਔਰ ਗਵਰਨਮੈਂਟ ਆਫ ਇੰਡੀਆ ਨਾਲ ਵੀ, ਕਿਉਂਕਿ ਜਦੋਂ ਵੀ ਬਜਟ ਬਣਦਾ ਉਹ ਸਟੇਟਸ ਤੋਂ ਵੀ ਪੁੱਛਦੇ ਨੇ, ਜੋ ਅਸੀਂ ਵਿਊਜ਼ ਦੇਵਾਂਗੇ, ਜੋ ਸਾਨੂੰ ਇੰਡਸਟਰੀ ਤੋਂ ਵਿਊਜ਼ ਆਉਣਗੇ, ਅਸੀਂ ਅੱਗੇ ਉਹਨਾਂ ਦਾ ਪੱਖ ਰੱਖਾਂਗੇ। ਔਰ ਕੋਸ਼ਿਸ਼ ਸਾਡੀ ਹੋਏਗੀ ਕਿ ਅਸੀਂ ਇਹਨਾਂ ਗਵਰਨਮੈਂਟ ਆਫ ਇੰਡੀਆ ਨੂੰ ਇਸ ਗੱਲ ਦੇ ਲਈ ਰਾਜੀ ਕਰੀਏ। ਇਹਦੇ ਲਈ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਇਸ ਮੰਚ ਤੋਂ ਕਿ ਜੋ ਵੀ ਗੱਲ ਆਏਗੀ ਉਹ ਅਸੀਂ ਟੇਕਅਪ ਕਰਾਂਗੇ ਗਵਰਨਮੈਂਟ ਆਫ ਇੰਡੀਆ ਨਾਲ। ਕਿਸੇ ਵੀ ਮਿਨਿਸਟਰੀ ਦੇ ਵਿੱਚ ਜਾਣਾ ਪਿਆ, ਪ੍ਰਧਾਨ ਮੰਤਰੀ ਜੀ ਨੂੰ, ਮੁੱਖ ਮੰਤਰੀ ਜੀ ਮਿਲਣਗੇ, ਜੋ ਵੀ ਸਾਡੇ ਧਿਆਨ 'ਚ ਗੱਲਾਂ ਆਉਣਗੀਆਂ ਉਹ ਅਸੀਂ ਉਹਨਾਂ ਨੂੰ ਹੱਲ ਕਰਵਾਵਾਂਗੇ। ਇਹ ਮੈਂ ਤੁਹਾਨੂੰ ਪੂਰਾ ਅਸ਼ੋਰ ਕਰਦਾ। ਟੈਕਨੋਲੋਜੀ ਜਿਹੜੀ ਹੈ ਉਹਦਾ ਐਕਸਚੇਂਜ ਬੜਾ ਜ਼ਰੂਰੀ ਹੋ ਗਿਆ, ਕਿਉਂਕਿ 1 ਲੱਖ ਦੇ ਕਰੀਬ ਜਿਹੜੀ ਇੰਡਸਟਰੀ ਇੱਥੇ ਲੁਧਿਆਣੇ ਵਿੱਚ ਹੀ ਹੈ, ਪੰਜਾਬ 'ਚ ਵੀ ਬਹੁਤ ਜ਼ਿਆਦਾ ਇੰਡਸਟਰੀ ਹੈ, ਲੇਕਿਨ ਜਿਹੜਾ ਇੱਕ ਟੈਕਨੋਲੋਜੀ ਚੇਂਜ ਹੋ ਰਹੀ ਹੈ ਉਹਦਾ ਬੈਨੀਫਿਟ ਬਹੁਤ ਜ਼ਿਆਦਾ ਮਿਲ ਨਹੀਂ ਪਾਉਂਦਾ। ਤੁਸੀਂ ਕੋਈ ਬਾਹਰ ਦੀਆਂ ਜਿਹੜੀਆਂ ਕੰਟਰੀਜ਼ ਆ ਜਿਹੜੀਆਂ ਟੈਕਨੋਲੋਜੀਕਲੀ ਬਹੁਤ ਜ਼ਿਆਦਾ ਸਟਰੋਂਗ ਹੈ, ਉਹਨਾਂ ਨਾਲ ਕੋਈ ਟਾਈ ਅਪਸ ਕਰੋਗੇ ਜਾਂ ਉਹਨਾਂ ਨੂੰ ਇੱਥੇ ਲੈ ਕੇ ਆਓਗੇ ਜਿਹੜੇ ਉੱਧਰ ਦੇ ਇੰਡਸਟਰੀ ਮਾਸਟਰਸ ਹੈ, ਕਿ ਕਿਸ ਤਰ੍ਹਾਂ ਕੰਪੀਟ? ਕਿਉਂਕਿ ਚਾਈਨਾ ਦੀ ਗੱਲ ਕੀਤੀ ਜਾਂਦੀ ਹੈ, ਹੁਣੇ ਗੱਲਬਾਤ ਹੋ ਰਹੀ ਸੀ ਕਿ ਥਾਈਲੈਂਡ ਜਿਹੜਾ ਉਹ ਬਹੁਤ ਜ਼ਿਆਦਾ ਪ੍ਰਮੋਸ਼ਨ ਕਰ ਰਿਹਾ ਇੰਡਸਟਰੀ ਨੂੰ ਲੈ ਕੇ, ਕਿ ਪਲੱਗ ਇਨ ਜਿਹੜਾ ਕਹਿੰਦੇ ਆ ਕਿ ਆਪਣਾ ਆਓ ਇੰਡਸਟਰੀ ਸ਼ੁਰੂ ਕਰੋ। ਉਸ ਤਰ੍ਹਾਂ ਕੋਈ ਤੁਹਾਡੇ ਵੀ ਪਲਾਨਸ ਨੇ ਕਿ ਜਿਹੜੇ ਟੈਕਨੋਲੋਜੀ ਦੀ ਜਿਹੜੀ ਆ ਉਹਨੂੰ ਹੋਰ ਜ਼ਿਆਦਾ ਇਹਨਾਂ ਤੱਕ ਪਹੁੰਚਾਇਆ ਜਾਵੇ, ਇੰਡਸਟਰੀ ਲੀਡਰਸ ਤੱਕ? ਦੇਖੋ, ਟੈਕਨੋਲੋਜੀ ਦੇ ਨਾਲ ਤਾਂ ਸਾਨੂੰ ਜੁੜਨਾ ਹੀ ਪਏਗਾ, ਔਰ ਸਾਨੂੰ ਸਮੇਂ ਦਾ ਹਾਣੀ ਬਣਨਾ ਪਏਗਾ। ਜੋ ਦੂਸਰੇ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਟੈਕਨੋਲੋਜੀ ਚੱਲ ਰਹੀ ਆ, ਕਿਸ ਤਰ੍ਹਾਂ ਉਹ ਆਪਣੀ ਇਨਵੈਸਟਮੈਂਟ ਨੂੰ ਹੋਰ ਅਟਰੈਕਟ ਕਰ ਰਹੇ ਨੇ, ਉਹ ਸਾਨੂੰ ਜ਼ਰੂਰ ਸਿੱਖਣ ਦੀ ਲੋੜ ਹੈ। ਔਰ ਇਹਦੇ 'ਚ ਕਿਉਂਕਿ ਹੁਣ ਸਾਡੇ ਕੋਲ ਸਮਾਂ ਥੋੜ੍ਹਾ, ਇਲੈਕਸ਼ਨ 'ਚ ਜਾ ਰਹੇ ਹਾਂ, ਇਲੈਕਸ਼ਨ ਤੋਂ ਬਾਅਦ ਗੱਲ ਕਰਾਂਗੇ ਕਿ ਕਿਹੋ ਜਿਹਾ ਮਾਹੌਲ ਅਸੀਂ ਹੋਰ ਅੱਗੇ ਲੈ ਕੇ ਆਵਾਂਗੇ। ਸਾਡਾ ਮੈਨੀਫੈਸਟੋ ਬਣੇਗਾ ਪਾਰਟੀ ਵੱਲੋਂ, ਔਰ ਉਹਦੇ 'ਚ ਵੀ ਜੋ ਸਾਡੀਆਂ ਗਰਾਊਂਡ ਲੈਵਲ ਤੋਂ ਜਾਂ ਜੋ ਵੀ ਮੰਗਾਂ ਆਉਣਗੀਆਂ ਅਸੀਂ ਉਸ ਨੂੰ ਆਪਣੇ ਮੈਨੀਫੈਸਟੋ ਵਿੱਚ ਪਾਵਾਂਗੇ। ਔਰ ਉਸ ਤੋਂ ਬਾਅਦ ਵਾਕਈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਟੈਕਨੋਲੋਜੀ ਬੇਸਡ ਸਿਸਟਮ ਹੋਣਾ ਚਾਹੀਦਾ, ਔਰ ਜੋ ਵੀ ਵੱਧ ਗਵਰਨਮੈਂਟ ਲੈਵਲ 'ਤੇ ਹੋਏਗਾ ਉਹ ਅਸੀਂ ਕਰਾਂਗੇ। ਅੱਛਾ, ਇੱਕ ਆਖਰੀ ਸਵਾਲ। ਸ਼੍ਰੋਮਣੀ ਅਕਾਲੀ ਦਲ ਦਾ ਇਹ ਵੀ ਦਾਅਵਾ ਹੈ ਕਿ ਅਸੀਂ ਦੇਖਿਆ ਕਿ ਬਿਜ਼ਨਸ ਸਮਿਟ ਹੋਈ, ਉਹ ਕਹਿੰਦੇ ਵੱਡੇ ਵੱਡੇ MOU ਸਾਈਨ ਹੋਏ, ਲੇਕਿਨ ਧਰਤੀ 'ਤੇ ਕੁਛ ਨਹੀਂ ਹੈ, ਵੀ ਲੋਕਾਂ ਨੂੰ ਦਿਖਾਉਣ ਲਈ ਕੁਛ ਹੋਰ ਸੀਗਾ। ਕਿੰਨੇ ਕੁ ਜਿਹੜੇ MOU ਸਾਈਨਸ ਹੋਏ ਆ, ਕਿੰਨੀ ਇਨਵੈਸਟਮੈਂਟ ਜਿਹੜੀ ਆ ਤੁਸੀਂ ਲਿਆਉਣ ਵਾਲੇ? ਔਰ ਇੱਕ ਇਹ ਵੀ ਦੱਸ ਦਿਓ ਇੱਥੇ ਇੰਡਸਟਰੀ ਨੂੰ ਕੀ ਵਿਸ਼ਵਾਸ ਦਿਲਾਉਂਦੇ ਹੋ ਕਿ ਅਗਰ ਤੁਹਾਡੀ ਸਰਕਾਰ ਵਾਪਸ ਆਏਗੀ, ਕਿੰਨੀ ਪ੍ਰਾਇੋਰਟੀ 'ਤੇ ਜਿਹੜਾ ਕਿ ਇੰਡਸਟਰੀ ਨੂੰ ਰਿਵਾਈਵ ਕਰਨਾ ਪੰਜਾਬ 'ਚ ਤੁਹਾਡੀ ਸਰਕਾਰ ਲਈ ਹੋਏਗਾ? ਜਗਦੀਪ ਜੀ, MOU ਦੇ ਵਿੱਚ ਨਹੀਂ ਅਸੀਂ ਪਏ। ਤੁਹਾਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਨ ਕੰਕਰੀਟ ਰਿਐਲਿਟੀ ਦੇ ਵਿੱਚ ਅਸੀਂ 54%, ਜਿਵੇਂ ਪਹਿਲਾਂ ਕਿਹਾ, ਕਿ ਅਸੀਂ ਕਮਰਸ਼ੀਅਲ ਕਰ ਲਈ ਇੰਡਸਟਰੀ, ਜੋ 1 ਲੱਖ ਕਰੋੜ ਦੀ ਸਾਡੇ ਕੋਲ ਇਨਵੈਸਟਮੈਂਟ ਆਈ ਹੈ, ਔਰ ਦੂਸਰੀ 'ਤੇ ਕੰਮ ਚੱਲ ਰਿਹਾ। ਅਸੀਂ ਕੋਈ ਫੋਕੀਆਂ ਗੱਲਾਂ ਨਹੀਂ ਕੀਤੀਆਂ, ਅਸੀਂ ਕਰਕੇ ਦਿਖਾਇਆ ਗਰਾਊਂਡ 'ਤੇ ਕੰਮ। ਔਰ ਉਸ ਦੇ ਨਾਲ ਨਾਲ ਲక్ష్ਮੀ ਮਿੱਤਲ ਨੇ 22,000 ਕਰੋੜ ਦੀ ਇਕੱਲੀ ਇਨਵੈਸਟਮੈਂਟ ਉਹਨਾਂ ਵੱਲੋਂ ਆਈ ਹੈ। ਸੋਨਾਲੀਕਾ ਉਹਨਾਂ ਵੱਲੋਂ 500 ਕਰੋੜ ਦੇ 2 ਜਿਹੜੇ ਕੰਮ ਨੇ ਉਹ ਉਹਨਾਂ ਨੇ ਸ਼ੁਰੂ ਕਰ ਦਿੱਤੇ ਨੇ। ਹੋਰ ਵੀ ਬਹੁਤ ਸਾਰੀਆਂ, ਜੇ ਮੈਂ ਤੁਹਾਨੂੰ ਗਿਣਾਉਣ ਲੱਗ ਜਾ ਤਾਂ ਸਮਾਂ ਬੜਾ ਲੱਗ ਜਾਏਗਾ। ਸੋ ਇਸ ਕਰਕੇ ਇਹ ਗਰਾਊਂਡ ਰਿਐਲਿਟੀ ਦੇ ਵਿੱਚ ਅਸੀਂ ਕੰਮ ਕੀਤਾ ਔਰ ਲੋਕਾਂ ਨੂੰ ਕਰਕੇ ਦਿਖਾਇਆ। ਮੈਂ ਤੁਹਾਨੂੰ ਦਾਅਵਾ ਕਰ ਸਕਦਾ ਕਿ ਚਾਹੇ ਜ਼ੀ ਨਿਊਜ਼ ਦੀ ਜਿਹੜੀ ਟੀਮ ਆ ਉਹ ਮੇਰੇ ਨਾਲ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ, ਮੈਂ ਤੁਹਾਨੂੰ ਜਾ ਕੇ ਦਿਖਾ ਵੀ ਸਕਦਾ ਗਰਾਊਂਡ ਦੇ ਉੱਤੇ ਵੀ ਕਿੰਨੀ ਇੰਡਸਟਰੀ ਜਿਹੜੀ ਹੈ ਉਹ ਅਸੀਂ ਜਿਹੜੀ ਇਨਵੈਸਟਮੈਂਟ ਆਈ ਆ ਉਹ ਕੰਮ ਜਿਹੜਾ ਹੋ ਗਿਆ ਜਾਂ ਹੋ ਰਿਹਾ। ਸੋ ਇਸ ਕਰਕੇ ਸਾਡੀ ਗਵਰਨਮੈਂਟ ਨੇ ਜੋ ਕਿਹਾ ਉਹ ਕਰਕੇ ਅਸੀਂ ਦਿਖਾਇਆ। ਅੱਛਾ, ਕਿਸਾਨ ਅੰਦੋਲਨ ਦੇ ਕਾਰਨ ਕਹਿੰਦੇ ਕਿ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ। ਪਹਿਲਾਂ ਕੋਵਿਡ ਕਰਕੇ ਬੜੇ ਵੱਡੇ ਚੈਲੰਜ ਸੀਗੇ, ਹੁਣ ਖਪਤ ਵੀ ਉਨੀ ਨਹੀਂ ਹੋ ਰਹੀ ਔਰ ਰॉ ਮਟੀਰੀਅਲ ਵੀ ਜਿਹੜਾ ਪਹੁੰਚਣਾ ਬੜਾ ਮੁਸ਼ਕਿਲ ਹੋ ਰਿਹਾ। ਉਸ ਲਈ ਕੋਈ ਲੱਗਦਾ ਨਹੀਂ ਹੈ ਕਿ ਹੁਣ ਵਕਤ ਆ ਗਿਆ ਕਿ ਇਸ ਅੰਦੋਲਨ ਦੇ ਕੋਈ ਹੱਲ ਲੱਭਿਆ ਜਾਵੇ? ਕਿਉਂਕਿ ਕਿਸਾਨ ਲਗਭਗ 1 ਸਾਲ ਤੋਂ ਸੜਕਾਂ 'ਤੇ ਉੱਥੇ ਬੈਠਾ ਹੋਇਆ, ਦਿੱਲੀ ਦੇ ਬਰੂਹਾਂ 'ਤੇ ਬੈਠਾ ਹੋਇਆ, ਔਰ ਜਿਹੜਾ ਰੁਜ਼ਗਾਰ ਹੈ ਜਿਹੜਾ ਉਹਨਾਂ ਨੂੰ ਹੀ, ਕਿਉਂਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਕੋਲ ਲੈਂਡ ਬਹੁਤ ਥੋੜ੍ਹਾ ਹੈ ਔਰ ਉਹ ਇੰਡਸਟਰੀ ਦੇ ਉੱਪਰ, ਇੰਡਸਟਰੀ ਵੀ ਕਾਫੀ ਡਿਪੈਂਡੈਂਟ ਸੀ। ਹਾਲਾਂਕਿ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹਨੇ ਕਮੀ ਪੂਰੀ ਕੀਤੀ, ਲੇਕਿਨ ਲੱਗਦਾ ਕਿ ਇਸ ਅੰਦੋਲਨ ਨੂੰ ਵੀ ਹੁਣ ਖਤਮ ਕਰਕੇ ਇੰਡਸਟਰੀ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਔਰ ਜਿਹੜਾ ਕਿਸਾਨ ਹੈ ਉਹਨੂੰ ਵੀ ਘਰ ਵਾਪਸ ਆਉਣਾ ਚਾਹੀਦਾ। ਦੇਖੋ, ਵਾਕਈ ਬਹੁਤ ਜ਼ਿਆਦਾ ਸਮਾਂ ਹੋ ਗਿਆ
ਗਵਰਨਮੈਂਟ ਆਫ ਇੰਡੀਆ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ। ਸਟੇਟ ਗਵਰਨਮੈਂਟ ਵੱਲੋਂ ਅਸੀਂ ਹੁਣ ਪਹਿਲਾਂ ਵੀ ਗੱਲ ਰੱਖੀ ਹੈ, ਹੁਣ ਵੀ ਅਸੀਂ 8 ਤਰੀਕ ਨੂੰ ਵਿਧਾਨ ਸਭਾ ਦੀ ਬੈਠਕ ਕਰਨ ਜਾ ਰਹੇ ਹਾਂ ਔਰ ਅਸੀਂ ਕਾਨੂੰਨ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ। ਸੋ ਇਹ ਸਾਰੀਆਂ ਗੱਲਾਂ ਤੋਂ ਵਾਕਫੀਅਤ ਹੋ ਕੇ ਗਵਰਨਮੈਂਟ ਆਫ ਇੰਡੀਆ ਨੂੰ ਜ਼ਰੂਰ ਇਹ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ। ਇਹ ਸਾਡੇ ਦੇਸ਼ ਦੇ ਭਲੇ ਦੀ ਗੱਲ ਹੈ, ਇਹ ਏਕਤਾ ਇਤਫਾਕ ਦੀ ਗੱਲ ਹੈ ਔਰ ਇਹਦੇ ਨਾਲ ਇੱਕ ਅੱਛਾ ਮਾਹੌਲ ਬਣੇਗਾ। ਪੰਜਾਬ ਨੂੰ ਸਭ ਤੋਂ ਵੱਧ ਫਾਇਦਾ ਹੋਏਗਾ। ਨਾਲ ਲੱਗਦਾ ਸੂਬਾ ਹਰਿਆਣਾ ਹੈਗਾ, ਰਾਜਸਥਾਨ ਹੈ, ਇਹਦੇ 'ਚ ਜਿੰਨਾ ਵੀ ਫਾਰਮਰ ਹਿੱਟ ਹੋਇਆ ਉਹਦੇ ਨਾਲ ਇੰਡਸਟਰੀ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ। ਸੋ ਇਸ ਕਰਕੇ ਇਹ ਕਾਲੇ ਕਾਨੂੰਨ ਵਾਪਸ ਹੋ ਜਾਣੇ ਚਾਹੀਦੇ ਨੇ। ਗਵਰਨਮੈਂਟ ਆਫ ਇੰਡੀਆ ਨੂੰ ਜ਼ਰੂਰ ਗੱਲਬਾਤ ਰਾਹੀਂ ਇਹਨਾਂ ਦਾ ਹੱਲ ਕੱਢਣਾ ਚਾਹੀਦਾ। ਅਸੀਂ ਵੀ ਇਹ ਕਾਮਨਾ ਕਰਦੇ ਹਾਂ ਕਿ ਬਹੁਤ ਜਲਦੀ ਇਹ ਕਾਲੇ ਕਾਨੂੰਨ ਰੱਦ ਹੋਣ, ਬੰਦ ਹੋਣ ਔਰ ਅਸੀਂ ਇੱਕ ਨਵੀਂ ਸਵੇਰ ਵੱਲ ਵੱਧ ਸਕੀਏ, ਇੱਕ ਨਵੇਂ ਨਰੋਏ ਪੰਜਾਬ ਵੱਲ ਵੱਧ ਸਕੀਏ। ਬਹੁਤ ਬਹੁਤ ਸ਼ੁਕਰੀਆ ਗੁਰਕੀਰਤ ਜੀ। ਉਮੀਦ ਕਰਦੇ ਹਾਂ ਕਿ ਜਿਸ ਸਾਦਗੀ ਨਾਲ ਜੋ ਉਹਨਾਂ ਦਾ ਸਟਾਈਲ ਹੈ ਗੁਰਕੀਰਤ ਸਿੰਘ ਜੀ ਦਾ, ਉਸ ਹਿਸਾਬ ਨਾਲ ਜੋ ਜਵਾਬ ਮਿਲੇ ਹੈ ਉਸ ਨਾਲ ਇੰਡਸਟਰੀ ਕਾਫੀ ਸਹਿਮਤ ਹੋਏਗੀ ਔਰ ਇਹ ਵੀ ਉਮੀਦ ਕਰਦੇ ਹਾਂ ਕਿ ਜਿਹਨੂੰ ਮੈਨਚੈਸਟਰ ਕਿਹਾ ਜਾਂਦਾ ਲੁਧਿਆਣਾ ਨੂੰ, ਉਸ ਤਰ੍ਹਾਂ ਦੀਆਂ ਫੈਸਿਲਿਟੀਜ਼ ਜਿਹੜੀਆਂ ਵੱਧ ਤੋਂ ਵੱਧ ਫੈਸਿਲਿਟੀਜ਼ ਹੈ ਉਸ ਇਸ ਸ਼ਹਿਰ ਨੂੰ ਦਿੱਤੀਆਂ ਜਾਣ ਔਰ ਖਾਸ ਤੌਰ 'ਤੇ ਬੁੱਢਾ ਨਾਲਾ ਜਿਹੜਾ ਕਿ ਇੱਕ ਕੈਂਸਰ ਦਾ ਪ੍ਰਤੀਕ ਕਹਿ ਲਓ ਜਾਂ ਇੱਕ ਸ਼ਹਿਰ ਦੇ ਉੱਪਰ ਇੱਕ ਬਲੈਕ ਸਪੌਟ ਕਿਹਾ ਜਾਂਦਾ ਹੈ, ਉਸ ਵੱਲ ਵੀ ਸਰਕਾਰ ਧਿਆਨ ਦੇਗੀ ਔਰ ਇੰਡਸਟਰੀ ਜਿਹੜੀ ਹੈ ਉਹਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਏਗਾ ਔਰ ਰੁਜ਼ਗਾਰ ਜਿਹੜੇ ਵੱਧ ਤੋਂ ਵੱਧ ਪੈਦਾ ਕੀਤਾ ਜਾਣਗੇ ਤਾਂ ਕਿ ਜਿਹੜਾ ਯੂਥ ਹੈ ਪੰਜਾਬ ਦਾ ਉਹ ਵਿਦੇਸ਼ ਜਾਂ ਦੇਸ਼ ਦੇ ਹੋਰ ਹਿੱਸਿਆਂ ਨੂੰ ਪਲਾਇਨ ਕਰਨ 'ਤੇ ਜਿਹੜਾ ਮਜਬੂਰ ਹੋ ਰਿਹਾ ਉਸ ਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕੇ।